ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਅੰਦਰ ਦਰਜ ਸ਼ਬਦ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਗਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ, ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿਠਾ ਤਾਂ ਮਨ ਸਾਧਾਰਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਰਾਮ ਕਲੀ ਕੀ ਵਾਰ ਰਾਏ ਵਲਵੰਡ ਤਥਾ ਸਤੈ ਡੂਮ ਆਖੀ ਦੇ ਇਸ ਪਾਵਨ ਸਰਲੇਖ ਹੇਠ, ਜਿੱਥੇ ਸਤਿਗੁਰਾਂ ਨੂੰ ਕਾਲ ਪੁਰਖ ਪਰਿਪੂਰਨ ਪਾਰਬ੍ਰਹਮ ਪਰਮੇਸ਼ਰ ਦਾ ਸਰੂਪ ਜਾਣ ਕੇ ਉਹਨਾਂ ਦੀ ਵਡਿਆਈ ਕੀਤੀ ਹੈ, ਉੱਥੇ ਜਿਸ ਕਰਾਮਾਤ ਦਾ ਉਚੇਚਾ ਜ਼ਿਕਰ ਸਤਿਗੁਰਾਂ ਬਾਰੇ ਕੀਤਾ ਜਾਂਦਾ ਹੈ ਕਿ ਇਹ ਵਿਚਾਰਨ ਵਾਲੀ ਕਿਹੜੀ ਕਰਾਮਾਤ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪੂਰੀ ਕੀਤੀ। ਜਗਤ ਦੇ ਉਧਾਰ ਵਾਸਤੇ, ਮਾਨਵਤਾ ਦੀ ਭਲਾਈ ਲਈ, ਅਧਿਆਤਮਿਕ ਤਰੱਕੀ ਵਾਸਤੇ ਕਾਲ ਪੁਰਖ ਵਾਹਿਗੁਰੂ ਜੀ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਾਲ ਪੁਰਖ ਵਾਹਿਗੁਰੂ ਜੀ ਦੇ ਦੇਸ਼ 'ਤੇ ਜਿਸ ਧਰਮ ਦੀ ਸਥਾਪਨਾ ਕੀਤੀ ਗਈ ਸਾਧ ਸੰਗਤ, ਉਸ ਵਿੱਚ ਕੋਈ ਰੀਤੀ ਰਿਵਾਜ, ਰਸਮ, ਹੋਰ ਬੇਲੋੜੇ ਕਰਮ ਕਾਂਡ ਆਦਿ ਇਹਨਾਂ ਸਭ ਤੋਂ ਉੱਪਰ ਉੱਠ ਕੇ ਸਤਿਗੁਰਾਂ ਨੇ ਜਗਤ ਗੁਰੂ ਬਾਬਾ ਜੀ ਦੇ ਪਾਏ ਹੋਏ ਪੂਰਨਿਆਂ ਅਨੁਸਾਰ ਸਮੁੱਚੇ ਮਾਨਵਤਾ ਦੀ ਭਲਾਈ ਲਈ ਬੜੇ ਸੌਖੇ ਤੇ ਸਹਿਜ ਸ਼ਬਦਾਂ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਸ ਧਰਮ ਦੀ ਸਾਜਨਾ ਜਗਤ ਗੁਰੂ ਬਾਬਾ ਜੀ ਰਾਹੀਂ ਕਰਵਾਈ, ਇਉਂ ਜਾਣੋ ਕਿ ਇਹ ਇੱਕ ਮਹਾਨ ਫਲਸਫਾ, ਜਿਸ ਸ਼ਬਦ ਗੁਰਬਾਣੀ ਤੇ ਇਸ ਧਰਮ ਦਾ ਸਿਧਾਂਤ ਬੜਾ ਦ੍ਰਿੜਤਾ ਵਾਲਾ ਹੋਵੇਗਾ। ਗੁਰੂ ਪਾਤਸ਼ਾਹ ਜੀ ਦੀ ਉਸਤਤ ਕਰਦੇ ਹਾਂ ਕਿ ਜਿਹੜੇ ਕਾਰਜ ਇਸ ਸੰਸਾਰ ਅੰਦਰ ਪਹਿਲਾਂ ਨਹੀਂ ਸਨ ਹੋਏ, ਉਹਨਾਂ ਸਾਰੇ ਮਹਾਨ ਕਾਰਜਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਵਰਗੇ, ਜਿਨ੍ਹਾਂ ਦੇ ਬਾਬਤ ਇਹ ਗੱਲ ਬੜੀ ਪ੍ਰਸਿੱਧ ਹੈ ਕਿ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਹਰਦਾਸ ਜੀ, ਮਾਤਾ ਦਇਆ ਕੌਰ ਜੀ ਦੇ ਗ੍ਰਹਿ ਅਵਤਾਰ ਧਾਰਨ ਤੋਂ ਬਾਅਦ, ਜਿੱਥੇ ਮਾਤਾ ਜੀ ਫਿਰ ਪਿਤਾ ਜੀ ਚੱਲ ਵਸੇ ਤੇ ਬਹੁਤ ਛੋਟੀ ਉਮਰੇ ਹੀ ਸ਼ਰੀਕਾਂ ਦੇ, ਸਾਕਾਂ ਸੰਬੰਧੀਆਂ ਦੇ ਕੁਝ ਐਸੇ ਬੋਲ ਕਬੋਲ ਵੀ ਸੁਣਨੇ ਪਏ, ਜਿਸ ਤੋਂ ਖਫਾ ਹੋ ਕੇ ਨਾਨੀ ਮਾਤਾ ਜੀ ਆਪਣੇ ਨਗਰ ਬਾਸਰ ਕੇ ਲੈ ਆਏ। ਨਾਨਕੇ ਘਰ ਰਹਿ ਕੇ ਨਾਨੀ ਮਾਤਾ ਜੀ ਦੀ ਸੁਚੱਜੀ ਦੇਖ ਰੇਖ ਹੇਠ, ਅਗਵਾਈ ਹੇਠ ਬਚਪਨ ਬੀਤਦਾ ਜਾਂਦਾ, ਭਾਵੇਂ ਘੁੰਗਣੀਆਂ ਵੇਚ ਕੇ ਪਰਿਵਾਰ ਗੁਜ਼ਾਰਾ ਕਰਦਾ ਹੈ। ਹੋਰ ਵੀ ਮਾਤਾ ਜੀ ਦੇ ਸਿਰ 'ਤੇ ਘਰ ਪਰਿਵਾਰ ਦੀ ਗ੍ਰਸਤ ਦੀ ਜ਼ਿੰਮੇਵਾਰੀ ਸੀ, ਪਰ ਆਪਣੇ ਦੋਹਤਰੇ ਦੀ ਪਰਵਰਿਸ਼, ਪਾਲਣਾ ਪੋਸ਼ਣਾ ਬਹੁਤ ਹੀ ਦਿਆਨਦਾਰੀ ਨਾਲ ਕੀਤੀ। ਸਬੱਬ ਬਣਿਆ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਪਹੁੰਚਣ ਦਾ। ਇਸ ਬਾਲਕ ਦਾ ਵੀ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਪੁੱਜਣਾ, ਇਉਂ ਜਾਣੋ ਕਿ ਇਹੀ ਇੱਕ ਕਰਾਮਾਤ ਜਾਪਦੀ ਹੈ, ਜਿੱਥੇ ਬਾਲਕ ਭਾਈ ਜੇਠੇ ਦੇ ਰੂਪ 'ਚ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਹਨ, ਔਰ ਜਿੰਨਾ ਚਿਰ ਸੇਵਾ ਨਿਭਾਉਂਦੇ ਆ, ਧੰਨ ਗੁਰੂ ਅਮਰਦਾਸ ਜੀ ਦੀ ਕਿਰਪਾ ਦ੍ਰਿਸ਼ਟੀ ਹਮੇਸ਼ਾ ਇਸ ਬਾਲਕ 'ਤੇ ਪੈਂਦੀ ਰਹੀ।
ਔਰ ਸਤਿਗੁਰੂ ਅਮਰਦਾਸ ਜੀ ਨੇ ਉਹ ਬਖਸ਼ਾਂ, ਰਹਿਮਤਾਂ, ਅਸੀਸਾਂ ਇਸ ਬਾਲਕ ਨੂੰ ਬਖਸ਼ਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਗੁਰੂ ਜੀ ਦੀ ਦ੍ਰਿਸ਼ਟੀ ਕਿੰਨੀ ਕੁ ਮਹਾਨ ਹੋਵੇਗੀ। ਜਿਨ੍ਹਾਂ ਸ਼ਰੀਕਾਂ ਨੇ, ਸਾਕਾਂ ਸੰਬੰਧੀਆਂ ਨੇ ਇਸ ਬਾਲਕ ਨੂੰ ਨਕਾਰਿਆ ਜਾਂ ਦੁਰਕਾਰਿਆ ਹੋਵੇ, ਉਹਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਦਰ ਘਰ ਦਾ ਇੰਨਾ ਕੁ ਵੱਡਾ ਮਾਣ ਬਖਸ਼ ਦਿੱਤਾ। ਜਦੋਂ ਆਪਣੀ ਬੇਟੀ ਬੀਬੀ ਭਾਨੀ ਦੇ ਰਿਸ਼ਤੇ ਦੀ ਗੱਲ ਹੋਈ ਤਾਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਬਾਲਕ ਨੂੰ ਸਾਰਿਆਂ ਤੋਂ ਚੰਗਾ ਵਰ ਜਾਣ ਕੇ ਆਪਣਾ ਦਮਾਦ ਬਣਾਇਆ। ਇਸ ਤੋਂ ਵੱਡੀ ਕਰਾਮਾਤ ਜਿਸ ਦੇ ਸਾਕਾਂ ਸੰਬੰਧੀਆਂ ਨੇ ਨਕਾਰਿਆ ਦੁਰਕਾਰਿਆ ਹੋਵੇ, ਕੋਈ ਨੇੜੇ ਨਹੀਂ ਸੀ ਲੱਗਣ ਦਾ। ਧੰਨ ਗੁਰੂ ਅਮਰਦਾਸ ਜੀ ਨੇ ਉਹਨੂੰ ਆਪਣੇ ਦਰ ਘਰ ਦਾ ਦਮਾਦ ਬਣਾਇਆ ਜੀ। ਸੋ ਸਮਾਂ ਇਸੇ ਲਈ ਭਾਈ ਸੱਤਾ ਬਲਵੰਡ ਜੀ ਦੇ ਲਫ਼ਜ਼ਾਂ ਵਿੱਚ ਕਿ ਬੜੀ ਵੱਡੀ ਕਰਾਮਾਤ ਹੀ ਹੋਈ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਇਹਨਾਂ ਨੂੰ ਗੁਰਤਾ ਗੱਦੀ ਨਸੀਬ ਹੋਈ। ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰਾਂ ਨੂੰ ਤਿਆਗ ਕੇ, ਹੋਰ ਨੇੜਲੇ ਸਾਕਾਂ ਸੰਬੰਧੀਆਂ ਨੂੰ ਛੱਡ ਕੇ ਭਾਈ ਜੇਠਾ ਜੀ ਨੂੰ ਜਗਤ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪਣੀ। ਇਹ ਬੜੀ ਵੱਡੀ ਮਹਾਨ ਕ੍ਰਾਂਤੀਕਾਰੀ ਗੁਰੂ ਅਮਰਦਾਸ ਜੀ ਵੱਲੋਂ ਬਖਸ਼ਿਸ਼ ਸੀ। ਅਤੇ ਉਸ ਵੇਲੇ ਸ੍ਰੀ ਗੁਰੂ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪੀ ਤਾਂ ਸੁਤੇ ਸੁਭਾਹੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋ ਇਹ ਸ਼ਬਦ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਵਾਲਾ ਇਹ ਪਾਵਨ ਸ਼ਬਦ ਆਪਣੇ ਆਪ ਨੂੰ ਇੱਕ ਬੜੀ ਨਿਮਰਤਾ ਭਾਵ ਵਿੱਚ ਲਿਜਾਣ ਵਾਲਾ ਸ਼ਬਦ ਹੈ। ਸਤਿਗੁਰੂ ਮੇਰੇ ਵਰਗਾ ਨਾ ਚੀਜ਼, ਮੇਰੇ ਵਰਗਾ ਐਸਾ ਵਿਅਕਤੀ ਜਿਹਨੂੰ ਸੰਸਾਰ ਦੇ ਸਾਕਾਂ ਸੰਬੰਧੀਆਂ ਨੇ ਨਕਾਰਿਆ ਹੋਵੇ, ਕੋਈ ਨੇੜੇ ਨਹੀਂ ਸੀ ਢੁਕਣ ਦਿੰਦਾ। ਆਪ ਜੀ ਦੀ ਕਿਰਪਾ ਹੋਈ ਹੈ, ਇਸੇ ਲਈ ਮੈਂ ਆਪ ਜੀ ਦੇ ਚਰਨਾਂ ਦਾ, ਆਪ ਜੀ ਦੀਆਂ ਬਖਸ਼ਾਂ ਦਾ ਪਾਤਰ ਬਣਿਆ। ਉਸੇ ਵਕਤ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਹੋਰ ਬਖਸ਼ਾਂ ਕੀਤੀਆਂ, ਔਰ ਇਹ ਵੀ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਕਹਿ ਕੇ ਕਿ ਅੱਜ ਤੋਂ ਬਾਅਦ ਜਗਤ ਗੁਰੂ ਬਾਬਾ ਜੀ ਦੀ ਗੁਰਤਾ ਗੱਦੀ ਦੀ ਬੜੀ ਭਾਰੀ ਜ਼ਿੰਮੇਵਾਰੀ ਔਰ ਜਗਤ ਦੇ ਭਲੇ ਵਾਸਤੇ ਤੁਸੀਂ ਨਵੇਂ ਸਥਾਨ ਦੀ ਸਥਾਪਨਾ ਕਰੋ, ਜਿਸ ਦਾ ਨਾਮ ਗੁਰੂ ਕਾ ਚੱਕ ਕਹਿ ਕੇ ਬਾਅਦ ਵਿੱਚ ਸ੍ਰੀ ਰਾਮਦਾਸਪੁਰਾ, ਸ੍ਰੀ ਅੰਮ੍ਰਿਤਸਰ ਸਾਹਿਬ ਜਗਤ ਪ੍ਰਸਿੱਧ ਹੋਇਆ। ਇਹੀ ਇੱਕ ਬੜੀ ਵੱਡੀ ਕਰਾਮਾਤ ਜਾਣਨਾ ਕਰੋ ਜੋ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਰ ਵਿਖਾਇਆ। ਭਾਵੇਂ ਅੱਜ ਦੇ ਸਮੇਂ 'ਚ ਸਿੱਖ ਧਰਮ ਨੂੰ ਅਨੇਕ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ, ਪਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਸੁਭਾਅ ਅਨੁਸਾਰ ਨਿਮਰਤਾ ਭਾਵ, ਦਇਆ ਦਾ ਸੁਭਾਅ, ਪਰਉਪਕਾਰੀ, ਅਨੇਕ ਲੋਕਾਂ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਗੁਰੂ ਨਾਨਕ ਦੇ ਦਰ ਘਰ ਨਾਲ ਜੋੜਿਆ। ਆਪ ਵੀ ਗ੍ਰਸਤੀ ਜੀਵਨ ਦੇ ਧਾਰਨੀ ਬਣੇ, ਹੋਰਾਂ ਨੂੰ ਵੀ ਇਸ ਗ੍ਰਸਤੀ ਜੀਵਨ ਦਾ ਜੀਵਨ ਜਿਉਂਦਿਆਂ ਕਾਲ ਪੁਰਖ ਵਾਹਿਗੁਰੂ ਜੀ 'ਚ ਭੇਦ ਹੋਣ ਦਾ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ ਦੇ ਐਸੇ ਪਾਵਨ ਬਚਨਾਂ ਦੁਆਰਾ ਸਾਰੀ ਸੰਗਤ ਨੂੰ ਆਪਣੇ ਜੀਵਨ ਜਿਉਣ ਦੀ ਔਰ ਉਹ ਵੀ ਸਾਦਗੀ ਭਰੇ ਤਰੀਕੇ ਨਾਲ ਐਸੀ ਜਾਚ ਸਿਖਾਈ। ਇਹੀ ਸਤਿਗੁਰੂ ਰਾਮਦਾਸ ਜੀ ਨੇ ਬਚਪਨ ਵਿੱਚ ਹੀ ਇਹ ਸਾਰਾ ਕੁਝ ਜਾਣ ਲਿਆ ਸੀ। ਸ੍ਰੀ ਗੁਰੂ ਅਮਰਦਾਸ ਜੀ ਦੀ ਛਤਰ ਛਾਇਆ ਹੇਠ ਸੇਵਾ ਕਰਦੇ ਆਪਣੇ ਮੁਬਾਰਕ ਬੋਲ ਹਨ ਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਰ ਨਾਮ ਤੇ ਆਵੇ। ਜਿੱਥੇ ਸਤਿਗੁਰੂ ਸਹਿਜ ਭਾਵ ਵਿੱਚ ਇਸੇ ਸ਼ਬਦ ਦੇ ਅਖੀਰ ਵਿੱਚ ਜ਼ਿਕਰ ਕਰਦੇ ਆ, ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਬੇਸ਼ੱਕ ਸਤਿਗੁਰਾਂ ਨੇ ਧਨ ਦੌਲਤ ਆਦਿਕ ਨਾਲ ਕੋਈ ਮੋਹ ਨਹੀਂ ਰੱਖਿਆ, ਪਰ ਗਰੀਬ ਗਰੂਬਿਆਂ ਦੀ, ਲੋੜਵੰਦਾਂ ਦੀ,
ਰੱਜ ਕੇ ਸਹਾਇਤਾ ਕਰਦੇ। ਇਤਿਹਾਸ ਵਿੱਚ ਕੁਝ ਐਸੀਆਂ ਘਟਨਾਵਾਂ ਵੀ ਆਉਂਦੀਆਂ ਹਨ ਕਿ ਸੇਠ ਜਗਤ ਰਾਮ ਨੇ ਮਹਾਰਾਜ ਜੀ ਨੂੰ ਇੱਕ ਕੈਂਠਾ ਦਿੱਤਾ, ਪਰ ਸਤਿਗੁਰਾਂ ਨੇ ਆਪ ਲੋੜਵੰਦਾਂ ਨੂੰ ਉਸੇ ਵੇਲੇ ਕਿਸੇ ਦੀ ਲੋੜ ਦੀ ਪੂਰਤੀ ਨੂੰ ਵੇਖ ਕੇ ਸੌਂਪ ਦਿੱਤਾ। ਇਵੇਂ ਇੱਕ ਮਾਤਾ ਨੇ ਬੜੇ ਚਾਅ ਨਾਲ ਸਤਿਗੁਰਾਂ ਨੂੰ ਮੋਤੀਆਂ ਦੀ ਮਾਲਾ ਦਿੱਤੀ, ਪਰ ਆਪ ਜੀ ਨੇ ਰਾਹ ਬੈਠੇ ਇੱਕ ਐਸੇ ਫੱਕਰ ਵਿਅਕਤੀ ਨੂੰ ਉਹ ਮਾਲਾ ਸੌਂਪ ਦਿੱਤੀ। ਅਕਬਰ ਨੇ ਮੋਹਰਾਂ ਭੇਟ ਕੀਤੀਆਂ, ਆਪ ਜੀ ਨੇ ਉਸੇ ਵੇਲੇ ਲੋੜਵੰਦਾਂ ਵਿੱਚ ਵੰਡ ਦਿੱਤੀਆਂ। ਕੀਮਤੀ ਤੋਂ ਕੀਮਤੀ ਰਸਤਾਂ ਆਈਆਂ, ਲੋਕਾਂ ਵਿੱਚ ਵਰਤਾ ਦਿੱਤੀਆਂ। ਗੁਰੂ ਜੀ ਨੇ ਕਿਸੇ ਸ਼ਾਹੂਕਾਰ ਰਜਵਾੜੇ ਦੀ ਮਿੱਤਰਤਾ ਹਾਸਲ ਕਰਨ ਵਾਸਤੇ ਕਦੀ ਕੋਈ ਯਤਨ ਨਹੀਂ ਸੀ ਕੀਤਾ, ਅਤੇ ਨਾ ਹੀ ਕਿਸੇ ਬਾਦਸ਼ਾਹ ਦੀ ਸਰਪ੍ਰਸਤੀ ਅਤੇ ਅਧੀਨ ਕੀ ਕਬੂਲ ਕੀਤੀ। ਗੁਰੂ ਰਾਮਦਾਸ ਜੀ ਦੇ ਅਨੇਕ ਹੋਰ ਕਿੰਨੇ ਕੁ ਗੁਣ ਹਨ ਜਿਨ੍ਹਾਂ ਨੂੰ ਜੇ ਆਪਾਂ ਸ਼ਬਦਾਂ 'ਚ ਬਿਆਨ ਜਾਂ ਵਿਖਿਆਨ ਕਰੀਏ ਸੰਭਵ ਨਹੀਂ ਹੈ। ਛੋਟੀ ਉਮਰ ਵਿੱਚ ਪੜ੍ਹਨਾ ਖੇਡਣਾ ਦੀ ਭਾਵੇਂ ਸੱਧਰ ਪੂਰੀ ਨਾ ਕਰ ਸਕੇ, ਕਿਉਂਕਿ ਮਾਤਾ ਪਿਤਾ ਦਾ ਸਾਇਆ ਸਿਰ 'ਤੇ ਨਹੀਂ ਸੀ। ਬਚਪਨ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਕੀਤੀ ਹੋਈ ਸੇਵਾ ਜੋ ਰੰਗ ਲਿਆਈ, ਉਹ ਭਲੀ ਪ੍ਰਕਾਰ ਸਤਿਗੁਰਾਂ ਦੇ ਪਾਵਨ ਜੀਵਨ 'ਤੇ ਬਹੁਤ ਵੱਡਾ ਪ੍ਰਭਾਵ ਛੱਡਦੀ ਗਈ। ਸੋ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਚੱਕ ਦੀ ਇਸ ਨਵੀਂ ਥਾਂ ਦੀ ਵਸਾਉਣੀ ਸ਼ੁਰੂ ਕੀਤੀ। ਬਹੁਤ ਲੋਕਾਂ ਨੂੰ ਸੱਦੇ ਦਿੱਤੇ। ਅੰਮ੍ਰਿਤਸਰ ਸੰਤੋਖਸਰ ਸਰੋਵਰਾਂ ਦੀ ਜਥਾਯੋਗ ਖੁਦਵਾਈ ਅਤੇ ਸੇਵਾ ਕਰਵਾਈ, ਅਤੇ ਲੋੜ ਅਨੁਸਾਰ ਹੋਰ ਵੀ ਜਿੰਨੇ ਕਿਰਤੀ ਲੋਕ ਉੱਥੇ ਆਣ ਵਸੇ ਉਹਨਾਂ ਦੀ ਮਦਦ ਅਤੇ ਸਹਾਇਤਾ ਕਰਦੇ ਰਹੇ। ਔਰ ਇਹ ਵੀ ਇੱਕ ਬੜੀ ਪ੍ਰਚਲਿਤ ਸਤਿਗੁਰਾਂ ਬਾਬਤ ਵਿਚਾਰ ਹੈ ਕਿ 52 ਵੱਖੋ ਵੱਖਰੇ ਕਿੱਤਿਆਂ ਦੇ ਲੋਕਾਂ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਨਗਰ ਵਿੱਚ ਵਸਾਇਆ, ਜਿਨ੍ਹਾਂ ਦਾ ਅੱਜ ਤੱਕ ਉਹਨਾਂ ਨਾਵਾਂ ਅਤੇ ਥਾਵਾਂ ਦਾ ਨਾਮ ਪ੍ਰਚਲਣ ਹੈ ਜੀ। ਆਪ ਜੀ ਦਾ ਇਹ ਬੜਾ ਵੱਡਾ ਮਹਾਨ ਉਦਮ ਸੀ। ਕੌਮ ਦੇ ਭਵਿੱਖ ਕਾਲ ਵਾਸਤੇ ਇਸ ਸਥਾਨ ਨੂੰ ਕੇਂਦਰੀ ਸਥਾਨ ਬਣਾਉਣਾ ਵੀ ਉਹਨਾਂ ਦਾ ਇੱਕ ਮਕਸਦ ਸੀ। ਸਾਂਝੇ ਕੌਮੀ ਖਜ਼ਾਨੇ ਦੀ ਵੀ ਲੋੜ ਸੀ। ਸਤਿਗੁਰਾਂ ਨੇ ਫਿਰ ਇਵੇਂ ਇੱਕ ਗੁਰਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਮਸੰਦ ਪ੍ਰਥਾ ਨੂੰ ਵੀ ਹੋਰ ਉਤਸ਼ਾਹਤ ਅਤੇ ਮਜ਼ਬੂਤ ਕੀਤਾ। ਸਿੱਖੀ ਪ੍ਰਚਾਰ ਦਾ ਕੇਂਦਰੀ ਸਥਾਨ ਬਣਿਆ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਆਪਣੀ ਮਹਾਨ ਸ਼ਖਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਜੋ ਹਰ ਇੱਕ ਦੇ ਦਿਲ ਨੂੰ ਟੁੰਬ ਜਾਂਦੇ ਸਨ। ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਹਿਤ, ਸੰਗੀਤ, ਸੱਭਿਆਚਾਰ ਵਿੱਚ ਵਿਸ਼ੇਸ਼ ਤਵੱਜੋ ਦੇਣ ਲਈ ਉਹਨਾਂ ਨੂੰ ਸਿਆਣਾ ਬਣਾਉਣ ਵਿੱਚ ਸੰਭਵ ਕੋਸ਼ਿਸ਼ ਕਰਦੇ ਰਹੇ। ਆਪ ਦੇ ਸਮੇਂ ਉਸ ਵਕਤ ਦੇ ਮੰਨੇ ਪ੍ਰਮੰਨੇ ਗੁਰਸਿੱਖ, ਜਿਨ੍ਹਾਂ ਵਿੱਚ ਸੁਭਾ ਸਾਹ ਜੀ, ਭਾਈ ਭਿਖਾਰੀ ਜੀ, ਮਹਾਨੰਦ ਜੀ, ਸਾਲੋ ਜੀ, ਚੰਦਰਪਾਨ, ਮਾਣਕ ਚੰਦ, ਗੁਰਮੁਖ, ਸੰਮਨ ਆਦਮ, ਇਹਨਾਂ ਨੂੰ ਵੱਖੋ ਵੱਖਰੇ ਇਲਾਕਿਆਂ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਚਾਰ ਪ੍ਰਸਾਰ ਵਾਸਤੇ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ। ਮਤਲਬ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਜੀਵਨ ਦਾ ਗੁਰਤਾ ਗੱਦੀ 'ਤੇ ਸੁਸ਼ੋਭਿਤ ਹੋ ਕੇ ਸਮਾਂ ਬੇਸ਼ੱਕ ਥੋੜ੍ਹਾ ਸੀ, ਪਰ ਉਹਨਾਂ ਨੇ ਹਰ ਪੱਖ, ਉਹ ਭਾਵੇਂ ਸਮਾਜਿਕ ਪੱਖ ਹੈ, ਭਾਵੇਂ ਧਾਰਮਿਕ ਪੱਖ ਹੈ, ਬੜਾ ਕ੍ਰਾਂਤੀਕਾਰੀ ਅਤੇ ਅਗਾਂਹ ਵਧੂ ਬਚਨ ਅਤੇ ਗੁਰਬਾਣੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਮੁਬਾਰਕ ਸ਼ਬਦਾਂ ਤੋਂ ਉਚਾਰਨ ਕਰਕੇ ਸੰਗਤ ਨੂੰ ਕੁਰਾਏ ਪਿਆਂ ਨੂੰ ਅਖੌਤੀ ਕਰਮਕਾਂਡੀ ਕੰਮਾਂ ਤੋਂ ਵਰਜ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੁਜਾਰੀ ਬਣਾਉਣ ਲਈ ਸੁਚੱਜੀ ਅਗਵਾਈ ਬਖਸ਼ੀ। ਇਸੇ ਲਈ ਜਿਹੜਾ ਕਰਾਮਾਤ ਸ਼ਬਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਨਾਲ ਜੁੜਿਆ ਕਿ ਇਸੇ ਨੂੰ ਗੁਰੂ ਰਾਮਦਾਸ ਜੀ ਦੀ ਵਡਿਆਈ ਅਕੱਥ ਹੈ। ਇੱਕ ਸਧਾਰਨ ਮਨੁੱਖ ਦਾ ਸੰਪੂਰਨ ਥਾਂ ਨਹੀਂ ਪਾਇਆ ਜਾ ਸਕਦਾ, ਪਰ ਜਦੋਂ ਭੱਟ ਐਸੇ ਮਹਾਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਕਰਦੇ ਹਨ, ਹਮ
अवगुण परे एक गुण नाही, अमृत छाड़ बिखै बिख खाई, माया मोह परम पै भूले, सुत दारा स्यो प्रीत लगाई। एक उत्तम पंथ सुनियो गुर संगत, ते मिलंत जम त्रास मिटाई। एक अरदास पाठ कीरत गे, गुरु रामदास राखो सरनाई। भुल चुक दी खिमा। वाहिगुरू जी का खालसा, वाहिगुरू जी की फतेह।